ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਸਮਾਂ ਹੋ ਗਿਆ ਲਾਈਵ ਵੀਡੀਓ ਕਰਦਿਆਂ ਨੂੰ, ਤੇ ਕਾਫੀ ਦੌੜ ਭਜਾਈ ਬਿਜ਼ੀ, ਤੇ ਉਧਰੋਂ ਤੁਹਾਨੂੰ ਪਤਾ ਮਾੜੀ ਹੈਲਥ ਵੀ ਖਰਾਬ ਹੋ ਗਈ ਸੀਗੀ। ਸੋ ਪਹਿਲਾਂ ਤਾਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਸਾਰੀ ਦੁਨੀਆ ਵਿੱਚ ਜਿਨ੍ਹਾਂ ਨੇ ਬਹੁਤ ਮੈਸੇਜ ਭੇਜੇ, ਪਿਆਰ ਦੇ, ਅਰਦਾਸਾਂ ਕੀਤੀਆਂ। ਜਦੋਂ ਅਸੀਂ ਬਿਮਾਰ ਸੀਗੇ, ਸਾਰੀ ਫੈਮਿਲੀ ਬਿਮਾਰ ਹੋ ਗਈ ਕੋਵਿਡ ਦੇ ਨਾਲ 2 ਮਹੀਨੇ ਪਹਿਲਾਂ, ਤੇ ਤੁਸੀਂ ਸਾਰਿਆਂ ਨੇ ਬਹੁਤ ਮੈਸੇਜ ਭੇਜੇ, ਅਰਦਾਸਾਂ ਕੀਤੀਆਂ, ਪ੍ਰੋਗਰਾਮ ਕੀਤੇ ਗੁਰਦੁਆਰੇ ਸਾਹਿਬ, ਦੁਨੀਆ ਦੇ ਸਾਥ ਥਾਂ ਥਾਂ ਦੇ ਵਿੱਚ। ਤੁਹਾਡਾ ਸਾਰਿਆਂ ਦਾ ਧੰਨਵਾਦ ਭਈ ਤੁਸੀਂ ਇੰਨਾ ਪਿਆਰ ਕਰਦੇ ਆ। ਹੁਣ 21 ਸਾਲ ਹੋ ਗਏ ਇੱਧਰ ਲੱਗਿਆਂ ਨੂੰ ਸੇਵਾ ਵਿੱਚ, ਤੇ ਤੁਹਾਡੇ ਪਿਆਰ ਨਾਲ ਸਾਰਾ ਕੁਝ ਚੱਲਦਾ, ਨਾ ਕੋਈ ਲਾਲਚ, ਨਾ ਕੋਈ ਹੋਰ ਚੀਜ਼ ਦੀ ਕਮੀ ਆ, ਬਸ ਪਿਆਰ ਦੀ ਹੁੰਦੀ ਹਰ ਵਾਰੀ। ਤੁਹਾਡਾ ਪਿਆਰ ਜਿਹੜਾ ਸਾਨੂੰ ਮੋਹਰੇ ਲੈ ਕੇ ਜਾ ਰਿਹਾ ਹਰ ਵਾਰੀ। ਤੇ ਹੁਣ ਜਦੋਂ ਬਿਮਾਰ ਹੋ ਗਏ ਸੀ ਕੋਵਿਡ ਨਾਲ, ਤੇ ਤੁਸੀਂ ਬਹੁਤ ਹੀ ਜਿੱਦਾਂ ਭਾਈ ਕਦੋਂ ਪਿਆਰ ਭੇਜਿਆ। ਤੇ ਕਈ ਮੈਨੂੰ ਮੈਸੇਜ ਆਏ ਆ, ਦੁਨੀਆ ਤੋਂ ਆਏ ਆ, ਇੰਗਲੈਂਡ ਤੋਂ ਆਏ। ਮੈਂ ਮੈਸੇਜ ਦਾ ਰਿਪਲਾਈ ਨਹੀਂ ਦੇ ਸਕਿਆ ਕਿਉਂਕਿ ਇੰਨੇ ਮੈਸੇਜ ਆਏ, ਤੇ ਮਾਫ਼ ਕਰਨਾ ਜੇ ਤੁਹਾਨੂੰ ਨਹੀਂ ਰਿਪਲਾਈ ਕੀਤੀ ਬਾਤ। ਤੁਹਾਡੇ ਮੈਸੇਜ ਦਾ, ਤੁਹਾਡੇ ਅਸੀਸਾਂ ਦਾ ਬਹੁਤ ਧੰਨਵਾਦ ਭਾਈ। ਸਾਰੇ ਹੁਣ ਠੀਕ ਠਾਕ ਤੰਦਰੁਸਤ, ਕੋਵਿਡ ਤੋਂ ਸਾਰੇ ਰਿਕਵਰ ਹੋ ਗਏ। ਸੋ ਪਹਿਲਾਂ ਬਹੁਤ ਜ਼ਰੂਰੀ ਸੀਗਾ ਕਿਉਂਕਿ ਮੈਨੂੰ ਪਤਾ ਬਹੁਤ ਹਰ ਥਾਵਾਂ 'ਤੇ ਜਾ ਕੇ ਦੇਸਾਂ ਪ੍ਰਦੇਸਾਂ 'ਚ ਅਰਦਾਸਾਂ ਹੋਈਆਂ, ਗੁਰਦੁਆਰੇ ਸਾਹਿਬ ਹੋਈਆਂ, ਘਰਾਂ 'ਚ ਹੋਈਆਂ ਅਰਦਾਸਾਂ ਹੋਈਆਂ। ਸੋ ਤੁਹਾਡਾ ਬਹੁਤ ਧੰਨਵਾਦ। ਤੇ ਇਹੀ ਬਸ ਰਹਿ ਗਿਆ, ਜਦੋਂ ਦੁਨੀਆ ਵਿੱਚ ਆਖਰੀ ਸਾਹ ਆਉਂਦਾ ਆ, ਤੇ ਤੁਸੀਂ ਆਪਣੀ ਜ਼ਿੰਦਗੀ ਦੇਖਦੇ ਕਿ ਨਫ਼ਰਤ ਫੈਲੀ ਆ, ਲਾਲਚ ਨਾਲ ਗਈ, ਜਾਂ ਹੋਰ ਕਿਤੇ ਮਾੜੇ ਕੰਮਾਂ 'ਚ ਗਈ। ਪਰ ਜਿੰਨਾ ਪਿਆਰ ਮਿਲਦਾ ਕਿਸੇ ਨੂੰ ਦੁਨੀਆ 'ਚੋਂ, ਸੰਗਤ 'ਚੋਂ, ਉਹ ਕਿਸਮਤ ਵਾਲਾ ਹੁੰਦਾ ਇਨਸਾਨ। ਸੋ ਅਸੀਂ ਆਪਣੇ ਨੂੰ ਕਿਸਮਤ ਵਾਲਾ ਸਮਝਦੇ ਪਈ ਤੁਸੀਂ ਇੰਨਾ ਪਿਆਰ ਕਰਦੇ ਆ। ਸੋ ਬਸ ਅਸੀਂ ਵੀ ਆਪਣੇ ਜਿੱਦਾਂ ਵੀ ਹਰ ਵਾਰੀ ਡਰਦੇ ਹਾਂ, ਅਸੀਂ ਨਾ ਵਿਕ ਜਾਈਏ, ਅਸੀਂ ਨਾ ਲਾਲਚ ਵਿੱਚ ਪੈ ਜਾਈਏ, ਅਸੀਂ ਨਾ ਮੈਂ ਕਹਿ ਕੇ ਦੂਜੇ ਪਾਸੇ ਜੋ ਪਹਿਲਾਂ ਵੀ ਸਿੱਖਾਂ ਦੀਆਂ ਜਥੇਬੰਦੀਆਂ, ਚੜ੍ਹਦੀ ਕਲਾਂ ਜਥੇਬੰਦੀਆਂ, ਬਹੁਤ ਚੜ੍ਹਦੀ ਕਲਾਂ, ਉਹ ਵੀ ਡੁੱਬ ਗਈਆਂ ਕਿਉਂਕਿ ਮੋਹਰੇ ਜਿਹੜੇ ਆਗੂ ਸੀ ਜਾਂ ਲਾਲਚੀ ਜਾਂ ਮੈਂ ਜਾਂ ਤੂੰ ਕਰਕੇ ਸਾਰਾ ਡਿੱਗ ਪਿਆ। ਬਸ ਇਹੀ ਸਾਡੀ 21 ਸਾਲ ਦੀ ਅਰਦਾਸ ਆ ਵੀ ਅਸੀਂ ਇੱਦਾਂ ਦੇ ਬੰਦੇ ਨਾ ਬਣੀਏ। ਸੋ ਤੁਹਾਡਾ ਬਹੁਤ ਧੰਨਵਾਦ। ਸੋ ਦੂਜੇ ਪਾਸੇ ਅਸੀਂ ਜਿਹੜੇ ਅੱਜ 3-4 ਗੱਲਾਂ ਡਿਸਕਸ ਕਰਨੀਆਂ, ਤੇ ਉਹ ਹੌਲੀ ਹੌਲੀ ਡਿਸਕਸ ਕਰਕੇ ਤੁਸੀਂ ਜ਼ਰੂਰ ਟਰਾਈ ਕਰਿਓ ਸ਼ੇਅਰ ਕਰਨ ਦੀ ਇਹ ਪੋਸਟ, ਸਪੈਸ਼ਲੀ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਦੇਸਾਂ ਪ੍ਰਦੇਸਾਂ 'ਚ ਆ। ਸਾਡੀ ਕੈਨੇਡਾ ਦੀ ਟੀਮ ਨੇ, ਆਸਟ੍ਰੇਲੀਆ ਦੀ ਟੀਮ ਆ, ਅਮਰੀਕਾ ਟੀਮ, ਬਹੁਤ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਪੰਜਾਬ ਤੋਂ ਗਏ ਆ, ਉਹਨੇ ਬਹੁਤ ਸੇਵਾ ਚੱਕੀ ਸੀ ਕੋਵਿਡ ਵਿੱਚ। ਹੁਣ ਇੰਗਲੈਂਡ ਵਿੱਚ ਵੀ ਮੁੜ ਕੇ ਦੂਜਾ ਲੋਕਡਾਊਨ ਆ ਗਿਆ, ਕਈ ਦੇਸ਼ਾਂ ਵਿੱਚ ਲੋਕਡਾਊਨ ਮੁੜ ਕੇ ਫੇਰ ਆ ਗਿਆ, ਤੇ ਉੱਥੇ ਕੋਵਿਡ ਦੀ ਪ੍ਰੋਬਲਮ ਆ। ਸਾਡੇ ਸਟੂਡੈਂਟਸ ਆ, ਉਹਨਾਂ ਨੂੰ ਬਹੁਤ ਔਖਾ ਸਮਾਂ ਦੇਖਣਾ ਪੈਂਦਾ। ਸੋ ਜਿੱਥੇ ਵੀ ਕੋਈ ਸਟੂਡੈਂਟ ਹੈਗਾ ਇਹਨਾਂ ਦੇਸਾਂ ਪਰ, ਆਸਟ੍ਰੇਲੀਆ ਵਿੱਚ, UK ਵਿੱਚ, US, ਕੈਨੇਡਾ, ਸਾਨੂੰ ਤੁਸੀਂ ਕੰਟੈਕਟ ਕਰੋ info@khalsaaid.org। ਸਾਡੀ ਵੈਬਸਾਈਟ 'ਤੇ ਹੈਗਾ info@khalsaaid.org, ਜਾਂ ਖਾਲਸਾ ਏਡ ਦੀ ਵੈਬਸਾਈਟ ਜਾ ਕੇ ਕੰਟੈਕਟ ਅਸ, ਅਤੇ ਸਾਨੂੰ ਕੰਟੈਕਟ ਕਰੋ। ਅਸੀਂ ਮੈਨੂੰ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ, ਜਿੰਨੀ ਹੈਲਪ ਕਰ ਸਕਦੇ। ਅਤੇ ਸਾਨੂੰ ਮੈਸੇਜ ਇੱਥੇ ਵੀ ਆਏ ਹੋਏ ਆ 2-3 ਭਈ ਸਾਡੇ ਕੋਲ ਬਹੁਤ ਔਖਾ ਸਮਾਂ ਆ, ਅਤੇ ਸਾਡੀ ਮਦਦ ਕਰੋ। ਮੁੰਡਾ ਬਸ ਆਪਣੀ ਨੌਕਰੀ ਕੋਈ ਲੱਭਦਾ, ਉਹਦੀ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਕੋਈ ਨੌਕਰੀ ਲੱਭ ਕੇ ਦੇ ਦਈਏ। ਅਤੇ ਜੇ ਐਮਰਜੈਂਸੀ ਕੋਈ ਹੋਰ ਲੋੜ ਹੋ ਗਈ, ਕੋਸ਼ਿਸ਼ ਕਰਾਂਗੇ ਅਸੀਂ ਉਸਦੀ ਮਦਦ ਕਰਨ ਨੂੰ। ਹਾਂ, ਬੰਦੇ ਕਈ ਹੁੰਦੇ ਵਿੱਚ ਹੇਰਾਫੇਰੀ ਕਰਨ ਵਾਲੇ, ਪਰ ਜੇ 10 ਬੰਦਿਆਂ ਵਿੱਚੋਂ ਸਾਨੂੰ ਰਿਕੁਐਸਟ ਹੈ ਤੇ 6 ਚੰਗੇ ਅਤੇ 4 ਮਾੜੇ, ਇਹਦਾ ਮਤਲਬ ਵੀ 6 ਜਿਹੜੇ ਚੰਗੇ ਉਹਨੂੰ ਵੀ ਮਾੜੇ ਕਹੀਏ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਮਦਦ ਕਰਨ ਦੀ। ਸੋ ਜਿੱਥੇ ਵੀ ਕੋਈ ਇੰਟਰਨੈਸ਼ਨਲ ਸਾਡੇ ਪੰਜਾਬੀ ਕੁੜੀਆਂ ਮੁੰਡੇ ਹੈਗੇ ਆ, ਇਹ ਪੰਜਾਬੀ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਸਿੱਖ ਹੋਵੇ, ਕੋਈ ਮੁਸਲਮਾਨ ਹੋਵੇ, ਕੋਈ ਹਿੰਦੂ ਹੋਵੇ, ਪੰਜਾਬੀ ਆ। ਜਿੱਥੇ ਕੋਈ ਪੰਜਾਬੀ ਹੋਵੇ, ਅਸੀਂ ਪਿਛਲੇ ਕੋਵਿਡ ਦੇ ਵਿੱਚ ਜਿਹੜਾ ਮਾਰਚ ਅਪ੍ਰੈਲ ਦੇ ਮਗਰੋਂ UK ਦੇ ਆਫਿਸ ਵਿੱਚੋਂ ਅਸੀਂ 3-3.5 ਲੱਖ ਪਾਉਂਡ ਲਾਇਆ ਇੱਥੇ ਪਈ ਇੰਟਰਨੈਸ਼ਨਲ ਸਟੂਡੈਂਟ, ਰਸ਼ੀਆ ਵਿੱਚ, UK ਵਿੱਚ, ਆਸਟ੍ਰੇਲੀਆ 'ਚ ਵੀ ਇੱਥੋਂ ਫੰਡਿੰਗ ਗਈ ਆ ਉਹਨਾਂ ਦੇ ਜਿਹੜੇ ਭਈ ਮਦਦ ਕਰਨ ਦੀ। ਜਿਹੜੇ ਰਸ਼ੀਆ ਦੇ 2 ਸ਼ਹਿਰ ਸੀਗੇ, ਯੂਕਰੇਨ 'ਚ 1 ਸ਼ਹਿਰ ਸੀਗਾ, ਸਾਈਪਰਸ ਸ਼ੇਰ ਮਿਹਨਤੀ ਵਾਲੇ ਚੜ੍ਹਦੀ ਕਲਾਂ ਗਰੁੱਪ, ਉਹਨਾਂ ਮਦਦ ਕੀਤੀ, ਨਾਲ ਮੋਢਾ ਜੋੜਿਆ। ਪਰੂ ਵੀ ਪੈਸੇ ਭੇਜੇ ਖਾਣ ਪੀਣ ਦੇ, ਉੱਥੇ ਖਾਣਾ ਖਰੀਦਿਆ। ਇੱਧਰੋਂ ਫਿਰ ਕੈਨੀਆ ਦੇ ਵਿੱਚ ਸਾਡੀ ਟੀਮ ਹੈਗੀ ਬਹੁਤ ਵੱਡੀ, ਉੱਥੇ ਵੀ 40-50 ਟਨ ਦਾ ਖਾਣਾ, ਜਿਹੜੇ ਪਏ ਵਿਚਾਰੇ
ਨੂੰ ਕੰਮ ਕਰਦੇ ਆ, ਪੈਸੇ ਹੈ ਨਹੀਂ ਗੇ ਜਿਹੜੇ ਕੋਈ ਮਜ਼ਦੂਰੀ ਕਰਦੇ। ਅਤੇ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਵੱਡਾ ਸਪੋਰਟ ਕੀਤਾ। 25 ਲੱਖ ਦਾ PPE ਦਿੱਤੀ ਕਿਟਸ UK ਵੱਲੋਂ, ਇਹ ਸਾਰਾ ਖਾਲਸਾ UK ਵੱਲੋਂ, ਜਿਹੜੀ ਖਾਲਸਾ ਇੰਡੀਆ ਨੇ ਆਪਣੇ ਵੱਲੋਂ ਵੀ ਸੇਵਾ ਕੀਤੀ। ਅਤੇ ਖਾਲਸਾ UK ਵੱਲੋਂ 30 ਲੱਖ ਰੁਪਏ ਦਾ ਰਾਸ਼ਨ ਪਾਣੀ ਜਿਹੜਾ ਵੀ ਇੰਡੀਆ ਟੀਮ ਨੇ ਡਿਸਟਰੀਬਿਊਟ ਕੀਤਾ। ਅਸੀਂ ਇੱਥੋਂ UK ਤੋਂ ਫੰਡ ਕੀਤਾ। ਪਾਠੀ ਤੇ ਜਿਹੜੇ ਭਈ ਸਾਡੇ ਭਈ ਪ੍ਰਚਾਰਕ ਆ ਜਾਂ ਢਾਡੀ ਜਥੇ, ਉਹਨਾਂ ਲਈ ਉਸ ਵੇਲੇ ਕੀਤਾ ਗਿਆ। ਸੋ ਹੁਣ ਅਸੀਂ ਉਹੀ ਕਹਿੰਦੇ ਹਾਂ, ਜੇ ਕਿਤੇ ਵੀ ਲੋੜ ਆ ਅਤੇ ਸਾਡੀ info@khalsa.aid.org ਨੂੰ ਕੰਟੈਕਟ ਕਰੋ। ਅਸੀਂ ਉੱਥੇ ਤੁਹਾਨੂੰ ਦੱਸ ਸਕਦੇ ਭਈ ਕਿੱਦਾਂ ਕਰ ਸਕਦੇ ਮਦਦ। ਸੋ ਦੂਜੇ ਪਾਸੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਜਿਹੜੇ ਭਈ ਇਸ ਵੇਲੇ ਕਈ ਜਿਹੜੇ ਕਿਸਾਨ ਮੂਹਰੇ ਹੋ ਕੇ ਪ੍ਰੋਟੈਸਟ ਕਰ ਰਹੇ ਆ, ਕਈ ਸੈਲੀਬ੍ਰਿਟੀ, ਕਈ ਲੀਡਰਸ਼ਿਪ ਮੂਹਰੇ ਹੋਇਆ ਇਸ ਵੇਲੇ। ਹੁਣ ਤੁਹਾਨੂੰ ਪਤਾ ਹੀ ਆ, ਸਾਡੀ ਕਮਿਊਨਿਟੀ ਵਿੱਚ ਇੱਕ ਬਹੁਤ ਮਾੜੀ ਕਿਸਮਤ ਦੀ ਗੱਲ ਆ, ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਥੱਲੇ ਖਿੱਚਣਾ। ਸੋ ਸਾਨੂੰ ਦੇਖ ਲਓ ਸਾਡੇ ਖਿਲਾਫ ਕਿੰਨੀਆਂ ਭਈ ਗਲਤ ਕੈਂਪੇਨ ਕੀਤੀਆਂ ਗਈਆਂ। ਉਹ ਵੀ ਜਿਹੜੇ ਭਈ ਸਾਡੇ ਮੂਹਰੇ ਹੋਏ। ਜੇ ਤੁਹਾਨੂੰ ਪਤਾ ਕੋਈ ਚੰਗਾ ਮੂਹਰੇ ਕੰਮ ਕਰਦਾ, ਤੁਸੀਂ ਸਪੋਰਟ ਕਰ ਲਓ। ਜੇ ਤੁਸੀਂ ਕਹਿੰਦੇ ਭਈ ਮਾੜਾ ਸਪੋਰਟ ਕਰਦਾ, ਨਾ ਸਪੋਰਟ ਕਰੋ। ਪਰ ਇਹਦਾ ਮਤਲਬ ਨਹੀਂ ਜਿਹੜੇ ਚੰਗੇ ਕਰਦੇ ਤੇ ਉਹਨੂੰ ਘੜੀਸੀ ਜਾਓ, ਕਿਸੇ ਨੇ ਉਹਦੇ ਖਿਲਾਫ ਗਲਤ ਲਿਖ ਦਿੱਤਾ। ਹੁਣ ਕਈ ਵਾਰੀ ਆਉਂਦੇ ਆ, ਫੋਟੋਆਂ ਪਾ ਜਾਣੀਆਂ ਪੁਰਾਣੀਆਂ ਕਿਸੇ ਦੀਆਂ, ਜਾਂ ਕਿਸੇ ਲੀਡਰ ਦੀਆਂ, ਜਾਂ ਕਿਸੇ ਸਿੰਗਰ ਦੀਆਂ, ਆਹ ਦੇਖੋ ਜੀ ਇਹ ਤਾਂ ਇੱਦਾਂ ਦਾ ਹੁੰਦਾ ਸੀਗਾ। ਅਸੀਂ ਵੀ ਪਹਿਲਾਂ ਇੱਦਾਂ ਦੇ ਕੰਮਾਂ 'ਚ ਹੁੰਦੇ ਸੀ, ਮਾੜੇ ਕੰਮਾਂ 'ਚ। ਪਰ ਤੁਸੀਂ ਉਹ ਜੱਜ ਕਰੋ ਭਈ ਇਹ ਬੰਦਾ ਕਿਉਂ ਮੂਹਰੇ ਹੋਇਆ ਇਸ ਵੇਲੇ, ਆਪਣਾ ਸਾਰਾ ਕੁਝ ਛੱਡ ਕੇ। ਜਿਹੜੇ ਭਈ ਲੀਡਰ, ਇਹ ਨਹੀਂ ਵੀ ਇੱਕ ਦੋ ਹੋਊਗਾ, 5-6 ਹੋ ਸਕਦੇ ਆ। ਸੋ ਸਾਨੂੰ ਇਹ ਵੀ ਸੋਚਣਾ ਪੈਣਾ, ਜਿਹੜੇ ਲੀਡਰ ਹੁੰਦੇ, ਲੀਡਰ ਕਈ ਵਾਰ ਤੁਸੀਂ ਦੇਖਦੇ ਕੋਈ ਗਾਇਕ ਹੋਵੇ ਜਾਂ ਕੋਈ ਆਮ ਬੰਦਾ ਮੂਹਰੇ ਲੀਡਰ ਬਣਦਾ, ਉਹ ਲੀਡਰ ਕੋਈ ਜੰਮਦਾ ਲੀਡਰ ਨਹੀਂ ਹੁੰਦਾ। ਉਹ ਸਮਾਂ ਇੱਕ ਲੀਡਰ ਬਣਾਉਂਦਾ ਕਿਸੇ ਨੂੰ। ਇੱਕ ਸਮੇਂ ਨੇ ਸਾਨੂੰ ਆ ਬਣਾਇਆ ਜੋ ਅਸੀਂ ਹੈਗੇ ਆ। ਸਾਡੇ ਲਈ ਉਹ ਸਮਾਂ ਸੀਗਾ 84 ਅਤੇ 79 ਜੋ ਸਾਡਾ ਭਰਾ ਮਾਰਿਆ ਪਿੰਡ 'ਚ, ਪੁਲਿਸ ਨੇ ਤਸੀਹੇ ਦੇ ਕੇ। ਇੱਕ ਸਮਾਂ ਕੋਈ ਬੰਦੇ ਨੂੰ ਬਣਾਉਂਦਾ, ਜਾਂ ਲੀਡਰ ਜਾਂ ਹੋਸ਼ ਹੁੰਦੀ। ਕੋਈ ਜੰਮਦਾ ਨਹੀਂ ਹੁੰਦਾ ਵੀ ਮੈਂ ਲੀਡਰ ਹਾਂ। ਸੋ ਸਮੇਂ ਪਰ ਸਾਡੇ ਵਿੱਚੋਂ ਕੋਈ ਲੀਡਰ ਨਿਕਲਦਾ। ਭਈ ਤੁਹਾਨੂੰ ਨਹੀਂ ਚੰਗਾ ਲੱਗਦਾ, ਠੀਕ ਹੈ, ਪਰ ਤੁਸੀਂ ਗੰਦਮਾਨ ਨਾ ਫੈਲੋ। ਜੇ ਤੁਹਾਨੂੰ ਜਿਹੜੇ ਚੰਗੇ ਲੱਗਦੇ ਨੇ, ਤੁਸੀਂ ਉਹਨੂੰ ਸਪੋਰਟ ਕਰੋ ਡਟ ਕੇ। ਪਰ ਇਹਦਾ ਮਤਲਬ ਨਹੀਂ ਦੂਜੇ ਪਾਸੇ ਚੱਕਰ ਮਾਰੀ ਜਾਣਾ, ਇੱਕ ਪਾਸੇ ਕਹੀ ਜਾਣਾ ਆਹ ਚੰਗੇ ਉਹ ਮਾੜੇ। ਬਸ ਚੰਗੇ ਪਿੱਛੇ ਕਰੋ, ਮਾੜੇ ਦਾ ਤੁਸੀਂ ਜੋ ਕਰਦਾ ਕਰ ਲੈਂਦਾ। ਬੰਦੇ ਤੇ ਸਾਰੀ ਸੰਗਤ ਸਿਆਣੀ ਆ, ਉਹਨੇ ਆਪੇ ਹੀ ਦੇਖ ਲੈਣਾ। ਸੋ ਜਿਹੜੇ ਇਸ ਵੇਲੇ ਫਾਰਮਰ ਸਪੋਰਟ ਹੋ ਰਿਹਾ ਆ, ਐਕਸਕਿਊਜ਼ ਮੀ, ਕਿਸਾਨਾਂ ਦਾ ਸਪੋਰਟ ਹੋ ਰਿਹਾ ਆ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਹਾਂ, ਸੰਗਤ ਦਾ, ਸਾਰੀਆਂ ਟੀਮਾਂ ਦਾ। ਸਾਡੀ ਖਾਲਸਾ ਦੀ ਟੀਮ 3-4 ਪਾਸੇ ਲੰਗਰ ਲਾਇਆ ਆ। ਹੋਰ ਵੀ ਜਿਹੜੀ ਲੋਕਲ ਜਿਹੜੀ ਸੰਗਤ ਆ, ਉਹ ਲੰਗਰ ਦੀ ਸੇਵਾ ਕਰ ਰਹੇ ਆ। ਇੰਡੀਵਿਜੂਅਲ ਲੈਵਲ 'ਤੇ ਬਹੁਤ ਸਪੋਰਟ ਕਰ ਰਹੇ ਆ। ਅਸੀਂ ਹਰ ਇੱਕ ਸੇਵਾਦਾਰ ਦਾ, ਖਾਲਸਾ ਏਡ ਸੇਵਾਦਾਰ ਦਾ ਇੰਡੀਆ ਵਿੱਚ, ਪੰਜਾਬ ਵਿੱਚ, ਹੋਰ ਵੀ ਸੇਵਾਦਾਰਾਂ ਦਾ, ਜਿਹੜੇ ਖਾਲਸਾ ਨਹੀਂ ਪਰ ਆਪਣੀ ਜਥੇਬੰਦੀ ਤੋਂ ਜਾਂ ਇੰਡੀਵਿਜੂਅਲ ਤੌਰ 'ਤੇ ਹੋ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਕਿਉਂਕਿ ਉਹਨਾਂ ਤੋਂ ਬਗੈਰ ਇਹ ਜਿਹੜਾ ਵੀ ਮੋਰਚਾ ਬਹੁਤ ਡਿਫੀਕਲਟ ਹੋਣਾ, ਬਹੁਤ ਔਖਾ ਹੋਣਾ। ਲੰਗਰ ਵਰਤਾਉਂਦੇ ਆ, ਹੋਰ ਵੀ ਚੀਜ਼ਾਂ ਜਿਹੜੀਆਂ ਚਾਹੀਦੀਆਂ ਉੱਥੇ ਵਿਚਾਰੇ ਬੈਠੇ ਮੋਹਰੇ। ਸੋ ਆਪਣੇ ਤੁਸੀਂ ਪੇਜਾਂ 'ਤੇ ਜਿੰਨਾ ਸ਼ੇਅਰ ਕਰ ਸਕਦੇ ਆ ਕਰੋ। ਜਿਹੜਾ ਚੰਗਾ ਕਰਦਾ ਉਹਨੂੰ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਦੇਵੋ। ਸੋ ਇਹਦਾ ਕੰਮ ਚੱਲੀ ਜਾਂਦਾ। ਅਸੀਂ ਬੜੇ ਭਈ ਕਹਿ ਲਓ ਭਈ ਆਪਣੇ ਆਪ ਨੂੰ ਦੇਖ ਕੇ ਭਈ ਕਈ ਵਾਰੀ ਮਹਿਸੂਸ ਹੁੰਦਾ ਭਈ ਅਸੀਂ ਵੀ ਕੁਛ ਆਪਣੀ ਜਿੱਦਾਂ ਭਈ ਬਹੁਤ ਕਰੀਏ। ਅਸੀਂ ਵੀ ਹੁਣ ਕੋਈ ਪਲਾਨ ਬਣਾ ਰਹੇ ਹਾਂ ਭਈ ਜਿਹੜਾ ਕਿਸਾਨਾਂ ਦਾ ਸਪੋਰਟ ਆ ਕਿੱਦਾਂ ਕਰੀਏ। ਇਕੱਲਾ ਬਸ ਵੱਡੇ ਲੈਵਲ 'ਤੇ ਅਸੀਂ ਇਹਨੂੰ ਕਿੱਦਾਂ ਅੱਗੇ ਲੈ ਜਾ ਸਕਦੇ ਹਾਂ। ਜਿਹੜਾ ਭਈ ਸਪੋਰਟ ਜਿਹੜਾ ਹੁੰਦਾ ਭਈ ਇਹਨਾਂ ਦੀ ਸਪੋਰਟ ਕਰਨੀ। ਪਿੰਡਾਂ ਵਿੱਚ ਜਿਹੜੇ ਭਈ ਕਿਸਾਨ ਨਿੱਕੇ ਆ, 4-5 ਕਿੱਲੇ ਆ, ਉਹਦੇ ਕਿੱਦਾਂ ਅਸੀਂ ਜਾ ਕੇ ਪੰਜਾਬ ਦੇ ਵਿੱਚ ਉਹਨੂੰ ਕਿੱਦਾਂ ਅਸੀਂ ਕਿੱਦਾਂ ਮਦਦ ਕਰ ਸਕਦੇ। ਉਹ ਸਭ ਆਪਾਂ ਸੋਚ ਸਮਝ ਕੇ, ਇਹ ਨਹੀਂ ਭਈ ਇੱਕਦਮ 2-3 ਚੀਜ਼ਾਂ ਕਰਤੀਆਂ, ਲਓ ਜੀ ਅਸੀਂ ਕਰ ਦਿੱਤਾ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਜਾਓ। ਹਰ ਵਾਰੀ ਸੋਚਦੇ। ਸੋ ਸਾਡੀ 3-4 ਮਹੀਨੇ ਹੋ ਗਏ ਆ ਭਈ ਇਹ ਕਿੱਦਾਂ ਕਰਦਾ, ਕਿੱਦਾਂ ਨਹੀਂ ਕਰਨਾ। ਸੋ ਹਰ ਇੱਕ ਜਿਹੜਾ ਭਈ ਕੋਈ ਸਪੈਸ਼ਲਿਸਟ ਹੋਊਗਾ ਅਸੀਂ ਫੀਲਡ ਦੇ ਵਿੱਚ ਉਹਨਾਂ ਵੀ ਗੱਲ ਕਰਾਂਗੇ। ਕਿਉਂਕਿ ਸਾਡੇ ਕੋਲ ਕਾਫੀ ਫੰਡਿੰਗ ਪਈ, ਜਿਹੜੀ ਹੜ੍ਹ ਦੀ ਵੀ ਪਈ ਉਹ ਆ, ਅਤੇ ਅਸੀਂ ਐਕਸਟਰਾ ਫੰਡਿੰਗ ਵੀ ਮਿਲਾਵਾਂਗੇ ਇਹਦੇ ਵਿੱਚੋਂ ਡਟ ਕੇ ਮੋਹਰੇ ਹੋ ਕੇ। ਪਰ ਜਿਹੜਾ ਭਈ ਸੋਚ ਸਮਝ ਕੇ ਪ੍ਰੋਜੈਕਟ ਹੋਊਗਾ, ਜਿਹੜਾ ਭਈ 1 ਸਾਲ ਦਾ 2 ਸਾਲ ਦਾ ਪ੍ਰੋਜੈਕਟ ਹੋਊਗਾ, ਭਈ ਕਿੱਦਾਂ ਫਾਇਦਾ ਹੋਊਗਾ ਇੱਕ ਇਲਾਕੇ ਵਿੱਚ ਜਿਹੜੇ ਭਈ ਗਰੀਬ ਫਾਰਮਰਸ ਆ, ਉਹ ਵੀ ਆਈਡੈਂਟੀਫਾਈ ਕਰਨਾ। ਪੰਜਾਬ 'ਚ ਕੰਮ ਕਰਨਾ ਔਖਾ। ਤੁਸੀਂ ਕਿਹਦੇ ਵਿੱਚ ਯਕੀਨ ਕਰੋਗੇ, ਕਿਹੜਾ ਭਈ ਤੁਹਾਨੂੰ ਦੂਜੇ ਪਾਸੇ ਲੈ ਕੇ ਜਾ ਰਿਹਾ ਆ, ਕਿਹਦੇ ਉੱਪਰ ਭਈ ਤੁਸੀਂ ਸ਼ੱਕ ਆ, ਕਿਹਦੇ ਉੱਪਰ ਨਹੀਂ ਸ਼ੱਕ,
ਕਿੰਨੇ ਪੋਲੀਟੀਸ਼ੀਅਨ ਆ ਤੁਹਾਡੇ ਨਾਲ ਜਾਂ ਨਹੀਂ ਨਾਲ। ਸੋ ਸੌਖਾ ਕੰਮ ਨਹੀਂਗਾ, ਬਾਹਰ ਦੇਸ਼ਾਂ 'ਚ ਸੌਖਾ ਕੰਮ 'ਚ ਤੁਹਾਡੀ ਕੋਈ ਪੋਲੀਟੀਕਲ ਖਿੱਚ ਹੈ ਨਹੀਂ ਗੀ। ਪੰਜਾਬ ਦੇ ਵਿੱਚ ਖਿੱਚ ਜ਼ਿਆਦੀ ਆ। ਸੋ ਤੁਹਾਨੂੰ ਜਿਹੜਾ ਕੰਮ ਕਰਨਾ ਪੈਣਾ, ਸੋਚ ਸਮਝ ਕੇ ਸਟੈਪ ਚੱਕਣਾ ਪੈਣਾ। ਹਰ ਇੱਕ ਜਿਹੜੀ ਪੰਜਾਬ ਦੇ ਵਿੱਚ ਜਥੇਬੰਦੀਆਂ ਹੈਗੀ, ਮਾਇਆ ਵੀ ਹੈਗੀ ਉਹਨਾਂ ਕੋਲ, ਸੋਚ ਵੀ ਹੈਗੀ ਆ, ਪਰ ਉਹਨਾਂ ਕੋਲ ਰਿਸਟ੍ਰਿਕਸ਼ਨਸ ਬਹੁਤ ਉੱਥੇ। ਸਾਡੇ ਵੀ ਜ਼ਿਆਦਾ ਰਿਸਟ੍ਰਿਕਸ਼ਨਸ ਆ। ਸੋ ਸਾਰਾ ਸੋਚ ਸਮਝ ਕੇ ਕਰੀਏ, ਪਰ ਇਕੱਠੇ ਹੋ ਕੇ। ਅਤੇ ਜੇ ਤੁਹਾਡੇ ਕੋਲ ਕਿਸੇ ਕੋਲ ਆਈਡੀਆ ਹੈਗੇ ਆ, ਤੁਸੀਂ ਸਾਨੂੰ ਈਮੇਲ ਕਰ ਸਕਦੇ ਆ info@khalsaaid.org। ਫਿਰ ਡਿਸਕਸ ਕਰਾਂਗੇ ਲੋਕਲ ਟੀਮਸ ਨਾਲ ਅਤੇ UK ਦੀ ਟੀਮ ਨਾਲ ਵੀ ਕਿੱਦਾਂ ਅਸੀਂ ਆਈਡੀਆ ਵਧਾ ਕੇ ਕੀ ਕਰ ਸਕਦੇ, ਕਿ ਨਹੀਂ ਕਰ ਸਕਦੇ। ਸੋ ਤੁਹਾਡੇ ਵਿੱਚੋਂ ਕੋਈ ਨਾ ਕੋਈ ਹੋਊਗਾ ਜਿਹੜਾ ਕੋਈ ਆਈਡੀਆ ਹੋਊਗੇ ਵੀ ਕਿਸਾਨਾਂ ਦੀ ਹੋਰ ਕਿੱਦਾਂ, ਕਿਉਂਕਿ ਤੁਸੀਂ ਕਹਿਣਾ ਵੀ ਕਿਸਾਨਾਂ ਦੀ ਮਦਦ ਕਰੋ, ਪਰ ਆਈਡੀਆ ਕੋਈ ਨਹੀਂ ਹੁੰਦਾ। ਅਸੀਂ ਸੋਚਦੇ ਵੀ ਕਿੱਦਾਂ ਕਰੀਏ। ਇੱਕ ਤਾਂ ਵੀ ਨਵੀਂ ਫਸਲ ਹੋਵੇ, ਤੁਸੀਂ ਟਰੈਕਟਰ ਦੇ ਉੱਤੇ ਜਾਂ ਟਿਊਬਵੈੱਲ ਲਾਤੇ ਹੋਰ, ਪਰ ਉੱਥੇ ਕਈ ਲੋੜ ਨਹੀਂ ਹੁੰਦੀ ਇੱਦਾਂ ਚੀਜ਼ਾਂ ਦੀ। ਸੋ ਤੁਸੀਂ ਕਿੱਦਾਂ ਇਹਨਾਂ ਨੂੰ ਅੱਗੇ ਲੈ ਕੇ ਜਾ ਸਕਦੇ ਆ, ਉਹ ਅਸੀਂ ਸੋਚੀ ਜਾਂਦੇ। 2-3 ਆਈਡੀਆ ਵੀ ਦੇਖੇ ਦੁਨੀਆ ਵਿੱਚ, ਉਹ ਟਾਈਮ ਲੱਗਦਾ ਕਈ ਵਾਰੀ, ਪਰ ਅਸੀਂ ਸੋਚਾਂਗੇ। ਤੁਹਾਡੇ ਕੋਲ ਆਈਡੀਆ ਹੈਗੇ ਆ, ਤੁਸੀਂ ਈਮੇਲ ਕਰੋ info@khalsaaid.org। ਸਾਨੂੰ ਇਨਬੌਕਸ ਨਾ ਕਰੋ ਫੇਸਬੁੱਕ 'ਤੇ, ਸਾਨੂੰ ਈਮੇਲ ਕਰੋ info@khalsaaid.org, ਜਾਂ ਵੈਬਸਾਈਟ 'ਤੇ ਜਾ ਕੇ khalsaaid.org 'ਤੇ ਜਾ ਕੇ ਸਾਨੂੰ ਤੁਸੀਂ ਕਰੋ ਕੰਟੈਕਟ। ਸੋ ਇਹ ਸਾਡਾ ਕੋਈ ਅਗਲੇ 6 ਮਹੀਨੇ 12 ਮਹੀਨੇ ਦਾ ਪ੍ਰੋਜੈਕਟ ਚਲਾਉਣਾ ਚਾਹੁੰਦੇ, ਪਰ ਸੋਚ ਕੇ। ਸੋ ਤੁਹਾਡਾ ਬਹੁਤ ਧੰਨਵਾਦ ਭਈ, ਤੁਸੀਂ ਜਿੰਨਾ ਕੁ ਮੋਹਰੇ ਹੋ ਕੇ ਕਰ ਰਹੇ ਹਾਂ। ਅਤੇ ਇੱਕ ਹੋਰ ਵੀ ਇੱਕ ਨਵੀਂ ਚੀਜ਼ ਅਸੀਂ ਖੋਲ੍ਹਣਾ ਚਾਹੁੰਦੇ ਹਾਂ। ਮੈਂ ਗੱਲ ਕੀਤੀ ਸੀ ਇੱਥੇ ਆਫਿਸ ਦੇ ਵਿੱਚ, ਕਿਉਂਕਿ ਕਈ ਵਾਰੀ ਤੁਸੀਂ ਦੇਖਦੇ ਭਈ ਤੁਸੀਂ ਸਾਡੇ ਨਾਲ ਕਿੱਦਾਂ ਕੰਟੈਕਟ ਸਕਦੇ। ਰਵੀ ਸਿੰਘ ਨਾਲ ਕੋਈ ਪੁੱਛਣਾ ਹੋਵੇ ਅਤੇ ਕਿੱਦਾਂ ਕਰ ਸਕਦੇ ਤੁਸੀਂ ਕੰਟੈਕਟ। ਹੁਣ ਅਸੀਂ ਹਫ਼ਤੇ ਵਿੱਚ ਮੈਂ ਸ਼ਾਇਦ ਇਸ ਐਤਵਾਰ ਜਾਂ ਮੰਡੇ ਨੂੰ, ਸੋਮਵਾਰ ਨੂੰ ਮੈਂ ਇੱਕ ਈਮੇਲ ਦਊਂਗਾ। ਉਹਦੇ ਵਿੱਚ ਈਮੇਲ 'ਚ ਹੋਊਗਾ ਕੁਐਸਚਨ ਐਂਡ ਆਨਸਰਸ। ਤੁਸੀਂ ਸਾਨੂੰ ਸਵਾਲ ਜਵਾਬ ਪੁੱਛ ਸਕਦੇ ਹੋ, ਸਾਨੂੰ ਈਮੇਲ ਕਰ ਦਿਓ ਆਪਣੇ ਸਵਾਲ। ਅਤੇ ਮੈਂ ਫਿਰ ਹਫ਼ਤੇ 'ਚ ਇੱਕ ਵਾਰੀ, ਜਿੱਦਾਂ ਵੀ ਕਹਿ ਲਓ ਬੁੱਧਵਾਰ ਜਾਂ ਵੀਰਵਾਰ ਨੂੰ 40-45 ਮਿੰਟ ਬਹਿ ਕੇ ਕੱਢ ਕੇ ਬੈਠੂੰਗਾ ਅਤੇ ਤੁਹਾਡੇ ਸਵਾਲ ਜਵਾਬ ਲਿਖੇ ਜਾਓਗੇ ਪੇਪਰ 'ਤੇ। ਤੁਹਾਡੀ ਜਿਹੜੀ ਈਮੇਲ ਆਊਗੀ, ਕਈ ਵਾਰੀ ਸਾਨੂੰ ਕੌੜੇ ਹੋ ਗਏ ਸਵਾਲ, ਕਈ ਵਾਰੀ ਮਿੱਠੇ ਹੋ ਗਏ, ਪਰ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਸਵਾਲ ਦੇ ਜਵਾਬ ਦੇਣ, ਕੋਈ ਲੁਕੋਵਾ ਨਾ ਹੋਵੇ। ਸੋ ਤੁਸੀਂ ਸਾਨੂੰ ਮੈਂ ਤੁਹਾਨੂੰ ਸਪੈਸ਼ਲ ਈਮੇਲ ਦਊਂਗਾ ਭਈ ਤੁਸੀਂ ਹਰ ਵਾਰੀ ਸਾਨੂੰ ਕੰਟੈਕਟ ਕਰ ਸਕਦੇ ਭਈ ਆਹ ਸਾਡੇ ਸਵਾਲ ਆ। ਤੁਸੀਂ ਪੁੱਛ ਸਕਦੇ ਤੁਹਾਡੀ ਸਪੋਰਟ ਕਿੰਨੀ ਆ US ਵਿੱਚ, ਕੈਨੇਡਾ ਵਿੱਚ, ਇੰਡੀਆ ਵਿੱਚ, ਆਸਟ੍ਰੇਲੀਆ ਵਿੱਚ, ਤੁਹਾਡਾ ਕੀ ਪਲਾਨ ਆ। ਜਿਹੜੀ ਤੁਹਾਡੀ ਕੋਈ ਮਨ 'ਚ ਖਾਲਸਾ ਏਡ ਦੀ ਗੱਲ ਆ, ਤੁਸੀਂ ਸਾਨੂੰ ਉਹ ਕੁਐਸਚਨ ਸਾਨੂੰ ਈਮੇਲ ਕਰੋ। ਇੱਕ ਕੁਐਸਚਨ ਪਰ ਈਮੇਲ, 1 ਕੁਐਸਚਨ ਈਮੇਲ। ਉਹ ਫਿਰ ਮੈਂ ਕੋਸ਼ਿਸ਼ ਕਰੂੰਗਾ ਜੇ 40-50 ਆ ਗਏ, ਉਹਦੇ ਵਿੱਚੋਂ 15-20 ਅਸੀਂ ਫਿਰ ਸਿਲੈਕਟ ਕਰਾਂਗੇ ਕੁਐਸਚਨ, ਕਿਉਂਕਿ ਟਾਈਮ ਨਿਕਲ ਜਾਂਦਾ ਜ਼ਿਆਦਾ। ਅਤੇ ਜਿਹੜੇ ਰਹਿ ਗਏ ਉਹ ਕੋਸ਼ਿਸ਼ ਕਰ ਲਿਆ ਅਗਲੇ ਹਫ਼ਤੇ ਕਰਨ ਦੀ। ਸੋ ਅਸੀਂ ਇਹ ਇੱਕ ਨਵਾਂ ਕਰਨਾ ਚਾਹੁੰਦਾ ਮੈਂ, ਕਿਉਂਕਿ ਕਈ ਵਾਰੀ ਅਸੀਂ ਦੇਖਦੇ ਕੋਈ ਬੰਦਾ ਜਦੋਂ ਖਾਲਸਾ ਏਡ ਜਾਂ ਕੋਈ ਆਪਣੀ ਸੰਸਥਾ ਵਿੱਚ ਮੋਹਰੇ ਹੋ ਕੇ ਜਿੱਦਾਂ ਭਈ ਆਪਣੇ ਆਪ ਨੂੰ ਜ਼ਿਆਦਾ ਸਮਝਣ ਲੱਗ ਪੈਂਦਾ। ਮੈਨੂੰ ਕੋਈ ਗੱਲ ਨਹੀਂ ਕਰ ਸਕਦਾ ਮੇਰੇ ਨਾਲ, ਮੈਂ ਤਾਂ ਜ਼ਿਆਦਾ ਵੱਡਾ ਬੰਦਾ ਆ, ਮੈਂ ਤਾਂ ਜ਼ਿਆਦਾ ਉੱਚਾ ਆ, ਮੈਂ ਤਾਂ ਹੁਣ ਤਾਂ ਕਹਿ ਲਓ ਬਹੁਤ ਹੀ ਵੱਡਾ ਬਣ ਗਿਆ, ਉਹ ਤੁਸੀਂ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ। ਇਹ ਅਸੀਂ ਪਿੱਛੇ ਕਰਨਾ ਚਾਹੁੰਦੇ ਘੜੀ। ਤੁਸੀਂ ਕਿਸੇ ਬੰਦੇ ਸਾਡੇ ਜਿਹੜੇ ਕੋਈ ਮੋਹਰੇ ਹੋਊਗਾ ਨਾ, ਜਿਹੜੇ ਵੀ ਸਾਡੇ ਦੁਨੀਆ 'ਚ ਸਾਡੇ ਖਾਲਸਾ ਏਡ ਦੇ ਆ ਮੋਹਰੀ ਆ, ਤੁਸੀਂ ਇਹ ਨਹੀਂ ਵੀ ਸਮਝਣਾ ਪਈ ਕੋਈ ਸਪੈਸ਼ਲ ਆ, ਉਹਨਾਂ ਲਈ ਡੋਰਾਂ ਖੋਲ੍ਹੋ, ਸਪੈਸ਼ਲ ਉਹਨਾਂ ਨੂੰ ਕੋਈ ਟਰੀਟਮੈਂਟ ਦੇਵੋ, ਉਹਨੂੰ ਸਲੂਟ ਮਾਰੋ ਜਦੋਂ ਰੂਮ 'ਚ ਆਉਂਦੇ, ਖੜ੍ਹੇ ਹੋਵੋ। ਇਹ ਕੰਮ ਨਹੀਂ ਅਸੀਂ ਚਾਹੁੰਦੇ ਕਿਤੇ ਵੀ, ਬਿਲਕੁਲ ਨਹੀਂ। ਬੰਦਾ ਬਿਲਕੁਲ ਆਪਣੇ ਵਿੱਚ ਜਿੱਦਾਂ ਵੀ ਜੋ ਪਿਆਰ ਆ, ਸ਼ਰਧਾ ਆ, ਉਹ ਕਰਕੇ ਖਾਲਸਾ ਏਡ ਵਿੱਚ ਆਇਓ ਆ। ਕੋਈ ਸਾਹ ਬਣਨ ਨਹੀਂ ਜਿੱਥੇ ਆਇਆ। ਮੈਂ ਘੜੀ ਕਰਕੇ ਕਹਿੰਦਾ, ਜੇ ਤੁਹਾਨੂੰ ਪਤਾ ਕੋਈ ਇੱਦਾਂ ਆਪਣੇ ਆਪ ਨੂੰ ਸਮਝਦਾ ਜ਼ਿਆਦਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ। ਅੱਜ ਤੱਕ ਕਿਸੇ ਨੇ ਸਮਝਿਆ ਨਹੀਂ ਗਾ ਨਾ, ਅੱਜ ਤੱਕ ਸਾਰੇ ਸ਼ਰਧਾ ਵਾਲੇ, ਪਿਆਰ ਵਾਲੇ ਆ। ਬੱਚੇ ਕੋਈ ਕਦੀ ਕਰਦਾ ਦੱਸੋ। ਸੋ ਉਹਦੇ ਵਿੱਚ ਹਰ ਹਫ਼ਤੇ ਕੁਐਸਚਨਸ ਐਂਡ ਆਨਸਰਸ ਵਿਦ ਰਵੀ ਸਿੰਘ, ਸਵਾਲ ਜਵਾਬ ਰਵੀ ਸਿੰਘ ਨਾਲ। ਸੋ ਜਿਹੜੇ ਔਖੇ ਸੌਖੇ, ਕੌੜੇ ਮਿੱਠੇ ਸਵਾਲ ਹੋਗੇ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਜਵਾਬ ਦੇਣ ਨੂੰ, ਕਿਉਂਕਿ ਕੋਈ ਨਾ ਕੋਈ ਆਊਟਲੈਟ ਹੋਣਾ ਚਾਹੀਦਾ ਜਿੱਥੇ ਤੁਸੀਂ ਸਾਨੂੰ ਪੁੱਛ ਸਕਦੇ ਹਾਂ ਪਬਲਿਕਲੀ ਸਵਾਲ। ਉਹ ਮੈਂ ਹੁਣ ਤੁਹਾਨੂੰ ਐਤਵਾਰ ਨੂੰ ਜਾਂ ਸੋਮਵਾਰ ਨੂੰ ਮੈਂ ਇੱਥੇ ਪਾ ਦੇਣਾ ਈਮੇਲ। ਉਹ ਈਮੇਲ ਤੁਸੀਂ ਸੇਵ ਕਰਕੇ ਰੱਖਿਓ ਅਤੇ ਸਾਨੂੰ ਈਮੇਲ ਕਰ ਦਿਓ ਕੁਐਸਚਨ, ਅਤੇ ਅਸੀਂ ਤੁਹਾਡੇ ਜਿਹੜੇ ਭਈ ਸਵਾਲ ਜਵਾਬ ਆ ਉਹ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲ ਕਰਨ ਦੀ। ਕਿਉਂਕਿ ਜੇ ਕੋਈ
ਜਿੱਦਾਂ ਅਸੀਂ ਆਪਣਾ ਜਿਹਦਾ ਜਿੱਥੇ ਇੰਡੀਆ ਹੋਵੇ, ਆਸਟ੍ਰੇਲੀਆ ਹੋਵੇ, ਕੈਨੇਡਾ, UK, US, ਜੇ ਕੋਈ ਆਪਣਾ ਬੇਸ ਤਕੜਾ ਕਰਨਾ ਹੋਵੇ, ਪਹਿਲਾਂ ਓਪਨਨੈਸ ਖੁੱਲ੍ਹ ਹੋਣੀ ਚਾਹੀਦੀ ਆ। ਇਹ ਨਹੀਂ ਹੋਣਾ ਚਾਹੀਦਾ ਕੋਈ ਲੁਕੋਵਾ ਹੋਵੇ, ਕਿਉਂਕਿ ਪੈਸਾ ਤੁਹਾਡਾ, ਪੈਸਾ ਸੰਗਤ ਦਾ, ਇਹ ਕਦੀ ਚੇਤਾ ਨਹੀਂ ਭੁੱਲਣਾ ਚਾਹੀਦਾ। ਇਹ ਪੈਸਾ ਸਾਡਾ ਨਹੀਂ ਗਾ। ਹੁਣ ਹਰ ਇੱਕ ਦੁਨੀਆ ਵਿੱਚ ਜਿੱਦਾਂ ਹੁਣ ਖਾਲਸਾ ਏਡ ਬਿਲਕੁਲ ਦੁਨੀਆ ਦੇ ਥਾਂ ਚੈਪਟਰ 'ਤੇ ਹੈਗੇ ਆ। ਮੈਂ ਪਹਿਲਾਂ ਗਿਆ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਇੰਡੀਆ, ਪੰਜਾਬ ਵਿੱਚ ਹੈਗੇ ਆ। ਹੁਣ ਅਸੀਂ ਹੋਰ ਵੀ ਥਾਂ 'ਤੇ ਦੇਖਣ ਰਹੇ ਬ੍ਰਾਂਚਿਸ ਖੋਲ੍ਹਣ ਦੇ। ਇਹਦੇ ਵਿੱਚ ਸਾਰੇ ਇਕੱਠੇ ਕੰਮ ਕਰ ਰਹੇ ਆ। ਇਹ 'ਚ ਕੋਈ ਇਕੱਲਾ ਬੰਦਾ ਨਹੀਂ ਗਾ ਭਾਈ ਇਹ ਮੇਰਾ ਆ ਜੋ ਮੈਂ ਮਰਜ਼ੀ ਕਰਾਂ। ਹਾਂ, ਖਾਲਸਾ ਦਾ ਹੈੱਡ ਆਫਿਸ UK ਵਿੱਚ ਆ। ਜੋ ਸੋਚ ਆ ਇੱਥੋਂ ਜਾਂਦੀ ਆ, ਜੋ ਪਿਆਰ ਆ ਉਹ ਤੁਹਾਨੂੰ ਪਤਾ ਵੀ ਸਾਡੇ ਜਿਹੜੇ ਮੋਹਰੇ ਟੀਮਾਂ ਬਣੀਆਂ ਆ। ਸਾਡੇ ਅਮਰਪ੍ਰੀਤ ਸਿੰਘ ਇੰਡੀਆ ਵਿੱਚ ਹੈਗੇ, ਹਰਪ੍ਰੀਤ ਸਿੰਘ ਹੁਣੀ ਅਤੇ ਉਹਨਾਂ ਦੀ ਟੀਮ ਹੈਗੀ ਆ ਆਸਟ੍ਰੇਲੀਆ 'ਚ, ਜਤਿੰਦਰ ਸਿੰਘ ਕੈਨੇਡਾ ਵਿੱਚ, ਓਮਰ ਸਿੰਘ, ਅੰਮ੍ਰਿਤਪਾਲ ਕੌਰ ਇੱਧਰ ਹੈਗੇ ਆ US ਦੇ ਵਿੱਚ, UK ਵਿੱਚ ਹੁਣ ਗੁਰਪ੍ਰੀਤ ਸਿੰਘ ਆ UK ਵਿੱਚ, ਅਤੇ ਨਾਲ ਹੀ ਇੰਡੀ ਸਿੰਘ ਉੱਥੀ ਉਹਦੀ ਹੈਲਪ ਕਰਨ ਆਇਆ ਵਾ ਭਾਈ। ਕੌਣ ਆ ਜਿਹੜਾ ਇੰਡੀ ਸਿੰਘ ਉੱਥੀ ਆ, ਉਹਦਾ ਮੈਂ ਕੱਲ੍ਹ ਪੋਸਟ ਪਾਇਆ ਸੀਗਾ। ਤੁਸੀਂ ਸਾਨੂੰ ਹਰ ਵਾਰ ਪੁੱਛਦੇ ਭਾਈ ਕਿੱਦਾਂ ਹਿਸਾਬ ਕਿਤਾਬ ਖਾਲਸਾ ਏਡ ਦਾ। ਖਾਲਸਾ ਏਡ ਦਾ ਸਾਨੂੰ ਹੋਰ ਚਾਹੀਦਾ ਹਿਸਾਬ ਕਿਤਾਬ। ਅਸੀਂ ਕੋਈ ਲੁਕੋ ਨਹੀਂ ਰੱਖਿਆ, ਪਰ ਹੁਣ ਜਿਹੜਾ ਇੰਡੀ ਸਿੰਘ ਉੱਥੀ ਆ, ਉਹ ਮੁੰਡਾ ਨੌਜਵਾਨ ਸਿੱਖਿਆ, ਗੌਰਮੈਂਟ ਲੈਵਲ 'ਤੇ ਕੰਮ ਕਰ ਰਿਹਾ UK ਵਿੱਚ, ਗੌਰਮੈਂਟ ਨੂੰ ਐਡਵਾਈਸ ਦੇ ਰਿਹਾ ਮੁੰਡਾ ਆਪਣਾ ਸਿੰਘ ਆ ਨੌਜਵਾਨ। ਕੱਲ੍ਹ ਦਾ ਪੋਸਟ ਦੇਖਿਓ, ਬਹੁਤ ਹਾਈ ਲੈਵਲ 'ਤੇ ਆ। ਉਹਨੂੰ ਅਸੀਂ ਲੈ ਕੇ ਆਏ ਇੱਥੇ ਭਈ ਤੂੰ ਸਾਡੀ ਰਿਪੋਰਟਿੰਗ ਆ, ਸਾਡੀ ਅਕਾਊਂਟਿੰਗ ਆ, ਭਈ ਪਬਲਿਕ ਜਿਹੜੀ ਸੰਗਤ ਆ ਉਹਨੂੰ ਸਾਰਾ ਕੁਝ ਦਿਸੇ। ਇਹ ਇੱਦਾਂ ਦੇ ਸਿਸਟਮ ਬਣਾ ਭਈ ਸਾਡਾ ਕੋਈ ਲੁਕੋਵਾ ਨਾ ਹੋਵੇ। ਉਹਨੂੰ ਅਸੀਂ ਤਾਂ ਹੀ ਲੈ ਕੇ ਆਏ ਆ। ਉਹ ਬਹੁਤ ਵੱਡੇ ਲੈਵਲ 'ਤੇ ਬੰਦਾ, ਭਈ ਸਾਡੇ ਜਿਹੜੇ ਸਿਸਟਮ ਤੋਂ ਤਕੜੇ ਕਰ, ਕਿਉਂਕਿ ਸਿਸਟਮ ਤਕੜੇ ਹੋਣੇ ਚਾਹੀਦੇ। ਕੋਈ ਲੁਕੋਵਾ ਬਿਲਕੁਲ ਹੋਣਾ ਚਾਹੀਦਾ ਕਿਸੇ ਕੋਲ, ਨਾ ਕੋਈ ਸ਼ੱਕ ਹੋਵੇ ਨਾ ਕੋਈ ਲੁਕੋਵਾ ਹੋਵੇ। ਸੋ ਇਹ ਸਾਡਾ ਵਾਅਦਾ ਆ ਭਈ ਹੁਣ 3-4 ਮਹੀਨੇ ਵਿੱਚ ਸਾਰੀਆਂ ਚੀਜ਼ਾਂ ਰਿਫੋਰਮ ਹੋਣੀਆਂ। ਜਿਹੜਾ ਬ੍ਰਾਂਚ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਆ, ਜਿਹੜੀ ਮਰਜ਼ੀ ਚੀਜ਼ ਦਾ ਅਸੀਂ ਤੁਹਾਨੂੰ ਫੁੱਲ ਜਵਾਬ ਦੇਵਾਂਗੇ। ਸੋ ਜਿਹੜੇ ਭਈ ਹੁਣ ਇੰਟਰਨੈਸ਼ਨਲ ਗਲੋਬਲ ਲੈਵਲ 'ਤੇ ਅਸੀਂ ਦੁਨੀਆ 'ਤੇ ਬ੍ਰਾਂਚ ਖੋਲ੍ਹੇ ਆ, ਉਹਨਾਂ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ। ਕਿਉਂਕਿ ਥਾਂ ਇਰਾਕ ਦੇ ਵਿੱਚ ਸਾਡੀ ਉੱਥੇ ਕੁੜੀ ਹੈਗੀ ਆ, ਕਰਡਿਸ਼ ਕੁੜੀ ਸੂਜ਼ਨ, ਉਹ ਸੇਵਾ ਕਰ ਰਹੀ ਆ ਉੱਥੇ ਬੋਰ ਜ਼ੋਨ ਦੇ ਲੜਾਈ ਝਗੜਾ। ਸੋ ਕਦੋਂ ਵੀ ਉੱਥੇ ਜੰਗ ਸ਼ੁਰੂ ਹੋ ਸਕਦਾ। ਸੋ ਹਰ ਵਾਰੀ ਜਿੰਨਾ ਖਾਲਸਾ ਵੱਧਦਾ ਆ ਦੁਨੀਆ ਦੇ ਵਿੱਚ, ਇਹਦਾ ਮਤਲਬ ਵੀ ਮੈਂ ਵਧਾਂ ਨਾਲ ਉਹਦੇ, ਵੀ ਮੈਂ ਕੋਈ ਆਪਣੇ ਨੂੰ ਪੈਸੇ ਹੋਰ ਦੇਵਾਂ, ਮੈਂ ਆਪਣੇ ਆਪ ਨੂੰ ਵੱਡਾ ਘਰ ਲੈ ਲਵਾਂ, ਵੱਡੀਆਂ ਕਾਰਾਂ ਲੈ ਲਵਾਂ ਹੁਣ ਕਿਉਂਕਿ ਵਧੀ ਜਾਂਦਾ ਹੋਰ ਆਮਦਨ ਆ। ਇੱਦਾਂ ਬਿਲਕੁਲ ਇਹਦੇ ਵਿੱਚ ਇਹ ਨਹੀਂ ਗਾ। ਅਸੀਂ ਬਿਲਕੁਲ ਪਹਿਰੇਦਾਰ ਹਾਂ। ਜਿਹੜਾ ਕੋਈ ਇੰਗਲੈਂਡ ਆਉਂਦਾ ਸਾਨੂੰ ਮਿਲੋ ਆ ਕਿ ਕੱਲ੍ਹ ਸਾਈਪਰਸ ਤੋਂ ਆਏ ਸੀਗੇ ਸਾਡੇ ਭਾਈ ਸਾਹਿਬ ਪਾਕਿਸਤਾਨ ਤੋਂ। ਉੱਥੇ ਨਹੀਂ ਆਪਣੇ ਮੁੰਡਿਆਂ ਦਾ, ਪੰਜਾਬੀ ਮੁੰਡਿਆਂ ਦਾ ਸਾਈਪਰਸ ਖੋਲ੍ਹਿਆ ਗਰੁੱਪ ਸ਼ੇਅਰ ਹਿਊਮੈਨਿਟੀ, ਉਹਨਾਂ ਮਦਦ ਕੀਤੀ ਕੋਵਿਡ ਵਿੱਚ। ਉਹ ਕੱਲ੍ਹ ਮਿਲਣ ਆਈ ਸੀ ਇੱਥੇ UK ਵਿੱਚ ਆਫਿਸ ਦੇ ਵਿੱਚ, ਬੜੇ ਪਿਆਰ ਦੇ ਨਾਲ ਸ਼ਬਦਾਂ ਨਾਲ ਮਿਲੇ। ਸੋ ਜਿਹੜਾ ਮਰਜ਼ੀ ਸਾਨੂੰ ਆ ਕੇ ਮਿਲ ਸਕਦਾ। ਸਾਡੀ ਲਾਈਫ ਸਿੰਪਲ ਆ, ਪਰ ਜਿਹੜੀ ਸਾਡੀ ਸੋਚ ਆ ਉਹ ਹੈਗੀ ਤੁਹਾਡੇ ਨਾਲ ਮਿਲਦੀ ਆ। ਕਿਉਂਕਿ ਸਾਨੂੰ ਦੁੱਖ ਆ ਵੀ ਅਸੀਂ ਕਿੰਨੇ ਦੇਖੋ ਬਹਾਦਰ ਕੌਮ, ਕਿੰਨੇ ਸਾਡੇ ਭਈ ਸਾਡੀ ਕਿੰਨੀ ਅਮੀਰ ਸਾਡੀ ਹਿਸਟਰੀ, ਸਾਡਾ ਇਤਿਹਾਸ ਕਿੰਨਾ ਡੂੰਘਾ, ਪਰ ਅਸੀਂ ਕਿੱਥੇ ਜਾਈ ਜਾਂਦੇ। ਉਹਦੇ ਵਿੱਚੋਂ ਨਿਕਲੀ ਖਾਲਸਾ ਏਡ। ਸੋ ਸਾਨੂੰ ਪਿਆਰ ਆ ਤੁਹਾਡੇ ਨਾਲ, ਆਪਣੇ ਪੰਜਾਬ ਨਾਲ, ਆਪਣੀ ਕੌਮ ਨਾਲ, ਅਤੇ ਉਹਦੇ ਦੁੱਖਾਂ ਦੇ, ਇਹਦਾ ਮਤਲਬ ਵੀ ਦੁੱਖਾਂ ਦਾ ਫਾਇਦਾ ਉਠਾ ਕੇ ਜਿੱਦਾਂ ਉਹੀ ਬਣ ਜਾਈਏ ਅਸੀਂ। ਜੋ ਬੰਦੇ ਪਹਿਲਾਂ ਅਸੀਂ ਕੰਪਲੇਨ ਕਰਦੇ ਪੈਸੇ ਖਾ ਗਏ, ਆਪਣੇ ਘਰ ਬਣਾ ਗਏ ਅਤੇ ਹੋਰ ਕੁਛ ਰਹਿ ਨਹੀਂ ਗਿਆ ਕੌਮ ਲਈ, ਅਸੀਂ ਇੱਦਾਂ ਨਹੀਂ ਕਰਨਾ ਚਾਹੁੰਦੇ। ਸਾਰੇ ਬਿਲਕੁਲ ਖੁੱਲ੍ਹ ਖਲਾਈ, ਇਹ ਅਸੀਂ ਗਾਰੰਟੀ ਦਿੰਦੇ ਹਾਂ ਕਿ ਅਸੀਂ ਹੋਰ ਵੀ ਖੁੱਲ੍ਹ ਖਲਾਈ ਕਰੀਏ, ਕਿ ਜਿਹੜੀਆਂ ਹੋਰ ਵੀ ਜਥੇਬੰਦੀਆਂ ਸਾਨੂੰ ਫੋਲੋ ਕਰਨ, ਅਤੇ ਅਸੀਂ ਵੀ ਇੱਦਾਂ ਖੁੱਲ੍ਹ ਖਲਾਈ ਕਰਦੇ ਹਾਂ। ਅਸੀਂ ਇਸ ਸਿਸਟਮ ਇੰਨੇ ਤਕੜੇ ਬਣਾ ਰਹੇ। ਸੋ ਤੁਹਾਡਾ ਬਹੁਤ ਧੰਨਵਾਦ। ਦੁਨੀਆ ਵਿੱਚ ਬਹੁਤ ਕੁਛ ਹੋ ਰਿਹਾ। ਹੁਣ ਸਾਡੇ ਭਾਈ ਸਾਹਿਬ ਹੈਗੇ ਆ ਕੁਲਵੰਤ ਸਿੰਘ ਨੇ ਬੰਬੇ ਵਿੱਚ, ਉਹ ਮੈਨੂੰ 19-20 ਸਾਲ ਦੇ ਜਾਣਦੇ ਆ। ਸਿੱਖਲੀ ਘਰ ਦੀ ਸੇਵਾ ਬਹੁਤ ਕਰਦੇ। ਅਸੀਂ ਉਹਨਾਂ ਵੀ ਕੁਛ ਕਰਨਾ ਚਾਹੁੰਦੇ ਹੁਣ ਵੱਡੇ ਲੈਵਲ 'ਤੇ, ਜਿਹੜੇ ਸਿੱਖਲੀ ਘਰ ਨੌਜਵਾਨ ਕੁੜੀਆਂ ਮੁੰਡੇ ਆ, ਪਰ ਉਹ ਵੀ ਅਸੀਂ ਇਸ ਵੇਲੇ ਸੋਚਣਾ ਆਪਣੀ ਟੀਮਾਂ ਨਾਲ, ਇੰਡੀਆ ਟੀਮ, ਕੁਲਵੰਤ ਸਿੰਘ ਹੋਣੀ ਅਤੇ ਹੋਰ ਵੀ ਟੀਮਾਂ ਇੱਥੇ ਵੀ, ਅਸੀਂ ਕਿਹੜਾ ਸਟੈਪ ਹੈ। ਕਿੰਨੇ ਸਾਡੇ ਕੋਲ ਆਈਡੀਏ ਵੀ ਹੈਗੇ ਆ, 4-5 ਕਾਫੀ ਤਕੜੇ ਆਈਡੀਏ ਹੈਗੇ ਆ, ਕਿੱਦਾਂ ਸਪੋਰਟ ਕਰ ਸਕਦੇ ਹਾਂ ਨੌਜਵਾਨਾਂ ਨੂੰ, ਸਿੱਖਲੀ ਘਰ ਨੂੰ। ਸੋ ਉਹ ਅਸੀਂ ਡਿਸਕਸ ਕਰ ਰਹੇ ਹਾਂ ਕੁਲਵੰਤ ਸਿੰਘ ਹੋਣਾ ਨਾਲ। ਕੁਲਵੰਤ ਸਿੰਘ ਬੰਬੇ ਵਾਲੇ ਬਹੁਤ ਚਿਰ ਦੇ ਖਾਲਸਾ ਨਾਲ ਜੁੜੇ ਹੋ, ਮੇਰੇ ਨਾਲ ਜੁੜੇ ਹੋ ਪਰਸਨਲੀ, ਬਹੁਤ ਟਰੱਸਟ ਕਰਦੇ ਉਹਨਾਂ ਨੂੰ, ਅਤੇ ਉਹ ਵੀ ਕੰਮ ਕਰੂਗੇ ਇੰਡੀਆ ਦੀ ਟੀਮ ਦੇ ਨਾਲ ਸਾਡੇ ਨਾਲ ਰਲ ਮਿਲ ਕੇ, ਭਈ ਸਿੱਖਲੀ ਘਰ ਦੀ ਮਦਦ ਅਸੀਂ ਕਿੱਦਾਂ ਕਰ ਸਕਦੇ ਹਾਂ। ਕਿਉਂਕਿ ਉਹ ਪਿਛਲੇ 20-25 ਸਾਲ ਦੇ ਵਿੱਚੋਂ ਹੈਵਲੀ ਇਨਵੋਲਵਡ ਆ ਸਿੱਖਲੀ ਘਰ ਦੀ ਸੇਵਾ ਵਿੱਚ, ਮਹਾਰਾਸ਼ਟਰ ਵਿੱਚ ਅਤੇ ਮੱਧ ਪ੍ਰਦੇਸ਼ ਵਿੱਚ। ਕਾਫੀ ਐਕਸਪੀਰੀਅੰਸ ਹੈਗਾ ਉਹਨਾਂ ਦਾ। ਸੋ ਉਹਨਾਂ ਦਾ ਐਕਸਪੀਰੀਅੰਸ ਹੀ ਯੂਜ਼ ਕਰਾਂਗੇ, ਪਰ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ।
ਜੇ ਤੁਸੀਂ ਕੁਛ, ਮੈਂ ਉਹੀ ਕਹਿੰਦਾ ਜਿੱਦਾਂ ਹੁਣ ਇੰਗਲੈਂਡ ਦੇ ਵਿੱਚ ਤੁਸੀਂ ਕਦੀ ਆਏ ਆ, ਹੁਣ ਤਾਂ ਕੋਵਿਡ ਹੋਇਆ ਆ, ਲੋਕਡਾਊਨ, ਜੇ ਤੁਹਾਡੇ ਰਿਸ਼ਤੇਦਾਰ ਆ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਆਫਿਸ ਦੇ ਤੇ ਖਾਲਸਾ ਏਡ ਗੂਗਲ ਤੇ ਜਾ ਕੇ ਤੁਸੀਂ ਲਿਖ ਲਓ ਟੈਲੀਫੋਨ ਨੰਬਰ UK ਤੇ ਫੋਨ ਕਰੋ, ਤੁਹਾਨੂੰ ਅਸੀਂ ਮਿਲਣਾ ਚਾਹੁੰਦੇ ਆ। ਉਸ ਇੱਥੇ ਜਿਹੜੇ ਸਾਡੇ ਆਫਿਸ ਕੰਮ ਕਰਦੇ ਅਰੇਂਜ ਕਰ ਲੂਗੇ, ਥੱਲੇ ਆ ਜਾਓ, ਚਾਹ ਚੂ ਪੀ ਲਓ, ਕੀ ਦੇਖਣਾ ਤੁਸੀਂ, ਸਾਡੇ ਅਕਾਊਂਟਸ ਦੇਖਣੇ, ਕਿਤਾਬਾਂ ਦੇਖਣੀਆਂ, ਸਾਡੀ ਟੀਮ ਦੇਖਣੀ। ਆਹ ਸਾਡਾ ਆਫਿਸ ਦੇਖੋ, ਨਵਾਂ ਆਫਿਸ ਥੋੜ੍ਹਾ ਜਿਹਾ, ਆਹ ਸਾਡਾ ਆਫਿਸ ਆ। ਹੁਣ ਇੱਥੇ ਸਟਾਫ ਮੜ ਜਾ ਇੱਥੇ ਘੱਟ ਆ ਕਿਉਂਕਿ ਕੋਵਿਡ ਕਰਕੇ ਥੋੜ੍ਹੇ ਲਿਮਿਟਡ ਨੰਬਰਸ ਆ, ਪਰ ਸਪੈਸ਼ਲਿਸਟ ਆ ਇੱਥੇ ਰੱਖੇ, ਅਕਾਊਂਟੈਂਟ ਇੰਪਲੋਈ ਕੀਤੇ ਹੋ ਆ, ਪ੍ਰੋਜੈਕਟ ਮੈਨੇਜਰ। ਹੁਣ ਅਸੀਂ 2-3 ਬੰਦੇ ਹੋਰ ਵੀ ਅਸੀਂ ਰਿਕਰੂਟ ਕਰਾਂਗੇ। ਸੋ ਇਹ ਸਾਰੀ ਤੁਹਾਡੇ ਇਸ ਬੋਰਡ ਨਾਲ ਪਿਆਰ ਨਾਲ ਹੋ ਰਿਹਾ, ਸਾਡਾ ਕੁਝ ਨਹੀਂ ਵਿੱਚ। ਸੋ ਅਸੀਂ ਗੁਰ ਕਿਰਪਾ ਨਾਲ ਸਭ ਚੜ੍ਹਦੀ ਕਲਾ। ਪਰ ਇਹੀ ਮੈਂ ਕਹਿੰਦਾ ਜਿੱਥੇ ਵੀ ਤੁਸੀਂ ਸਪੋਰਟ ਕਰੋ, ਪਰ ਜਿੱਥੇ ਕੋਈ ਲੋੜਵੰਦ ਹੈਗਾ ਦੇਸਾਂ ਪ੍ਰਦੇਸਾਂ ਵਿੱਚ ਸਾਨੂੰ ਕੰਟੈਕਟ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਭਈ ਤੁਹਾਡੀ ਉੱਥੇ ਭਈ ਮਦਦ ਕਰਨੀ, ਜਿਹੜੇ ਮਰਜ਼ੀ ਦੇਸ਼ 'ਚ ਹੋਵੇ। ਸ਼ਾਇਦ ਸਾਡਾ ਕੰਟੈਕਟ ਨਾ ਉੱਥੇ ਕੋਈ ਹੋਵੇ, ਅਸੀਂ ਤਾਂ ਵੀ ਕੋਸ਼ਿਸ਼ ਕਰਾਂਗੇ ਕੰਟੈਕਟ ਲੱਭਣ ਦੀ, ਭਈ ਅਸੀਂ ਕਰ ਸਕਦੇ ਹਾਂ, ਉਹਨੂੰ ਹੈਲਪ ਨਹੀਂ ਕਰ ਸਕਦੇ। ਜਿੱਥੇ ਸਾਡੇ ਸਟੂਡੈਂਟਸ ਹੈਗੇ ਇੰਟਰਨੈਸ਼ਨਲ ਸਟੂਡੈਂਟ, ਕੋਈ ਭੁੱਖਾ ਨਾ ਰਹਿ ਜਾਵੇ। ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ info@khalsaaid.org, info@khalsaaid.org। ਮੈਂ ਸਾਰੇ ਇੰਟਰਨੈਸ਼ਨਲ ਖਾਲਸਾ ਟੀਮਾਂ ਦਾ ਧੰਨਵਾਦ ਕਰਦਾ ਚਾਹੁੰਦਾ, ਜਿਹੜੇ ਭਈ ਬਹੁਤ ਡਟ ਕੇ ਮੂਹਰੇ ਸੇਵਾ ਕਰ ਰਹੇ ਆ, ਸਪੈਸ਼ਲੀ ਜਿਹੜੇ ਵੋਲੰਟੀਅਰਸ ਆ, ਸੇਵਾਦਾਰ ਸਾਡੇ ਇਸ ਵੇਲੇ ਲੰਗਰ ਵਰਤਾ ਰਹੇ, ਜਿਹੜੇ ਕਿਸਾਨ ਮੋਰਚੇ 'ਚ ਲੱਗੇ ਹੋਆ ਇੰਡੀਆ 'ਚ ਜਾਂ ਕੈਨੇਡਾ ਵਿੱਚ ਜਾ ਕੇ ਖਾਣਾ ਪੀਣਾ ਵਰਤਾ ਰਹੇ, ਜਾਂ ਆਸਟ੍ਰੇਲੀਆ ਵਿੱਚ ਜਾ ਕੇ ਮਦਦ ਕਰ ਰਹੇ ਜਿਹੜੇ ਰਹਿੰਦੇ ਆ। ਸੋ ਉਹਨਾਂ ਸਾਰੇ ਇੰਟਰਨੈਸ਼ਨਲ ਲੈਵਲ 'ਤੇ ਸਾਰੀਆਂ ਟੀਮਾਂ ਦਾ ਬਹੁਤ ਧੰਨਵਾਦ। ਅਤੇ ਅਸੀਂ ਇਹੀ ਕੋਸ਼ਿਸ਼ ਕਰਾਂਗੇ ਭਈ ਅਸੀਂ ਹੋਰ ਵੀ ਆਪਰੇਸ਼ਨ ਵਧਾ ਸਕੀਏ। ਬਸ ਕੋਵਿਡ ਦਾ ਥੋੜ੍ਹਾ ਜਿਹਾ ਕੰਮ ਢਿੱਲਾ ਹੋ ਜਾਵੇ ਤਾਂ ਤੁਸੀਂ ਦੇਖਿਓ ਫਿਰ ਅਸੀਂ ਪ੍ਰੋਜੈਕਟ ਹੋਰ ਵਧਾਵਾਂਗੇ। ਪਰ ਸਾਰਾ ਕੰਮ ਰਲ ਮਿਲ ਕੇ ਹੁੰਦਾ, ਇਹਦੇ ਵਿੱਚ ਕੋਈ ਤੂੰ ਮੈਂ ਨਹੀਂ। ਅਸੀਂ ਕੋਸ਼ਿਸ਼ ਕਰਦੇ ਤੁਹਾਡੇ ਆਈਡੀਏ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ, ਜੇ ਕੋਈ ਫਾਰਮਰਸ ਕਿਸਾਨਾਂ ਲਈ ਲੌਂਗ ਟਰਮ ਭਈ ਲੰਮੇ ਤੌਰ 'ਤੇ ਅਸੀਂ ਕੁਛ ਕਰ ਸਕਦੇ ਹਾਂ, ਜੇਕਰ ਤੁਹਾਡਾ ਆਈਡੀਆ ਹੈਗਾ ਆ ਪੰਜਾਬ ਦੇ ਵਿੱਚ ਡਿਵੈਲਪਮੈਂਟ ਆਈਡੀਆ ਹੋਵੇ, ਮਸ਼ੀਨਰੀ ਦਾ ਆਈਡੀਆ ਹੋਵੇ, ਅਤੇ ਸਾਨੂੰ ਤੁਸੀਂ info@khalsaaid.org ਸਾਡੀ ਵੈਬਸਾਈਟ ਹੈਗਾ info@khalsaaid.org 'ਤੇ ਈਮੇਲ ਭੇਜੋ ਅਤੇ ਅਸੀਂ ਤੁਹਾਡੇ ਆਈਡੀਆ ਜ਼ਰੂਰ ਦੇਖਾਂਗੇ, ਕਿਉਂਕਿ ਅਸੀਂ ਇਕੱਠੇ ਹੋ ਕੇ ਫਿਰ ਆਈਡੀਆ ਦੇ ਕੇ ਭਈ ਹਾਂ ਆਹ ਆਈਡੀਆ ਚੰਗਾ ਫਾਰਮਰਸ ਲਈ, ਆਹ ਨਹੀਂ ਕਰ ਸਕਦੇ, ਆਹ ਕਰ ਸਕਦੇ। ਸੋ ਤੁਹਾਡਾ ਬਹੁਤ ਧੰਨਵਾਦ ਜੀ। ਜਿੱਥੇ ਵੀ ਆ ਕੇ ਚੜ੍ਹਦੀ ਕਲਾ ਰਹੋ ਅਤੇ ਕੋਵਿਡ ਤੋਂ ਸੇਫ ਰਹੋ। ਕੋਵਿਡ ਹਾਲੇ ਤੱਕ ਕਿਤੇ ਗਈ ਨਹੀਂ ਗਈ, ਇਹ ਬਿਮਾਰੀ ਬਹੁਤ ਜ਼ਹਿਰੀਲੀ ਆ, ਇਹ ਨਾ ਸਮਝੋ ਕਿਉਂਕਿ ਕੋਈ ਗੱਲ ਨਹੀਂ ਕਰਦਾ ਕੋਵਿਡ ਦੀ, ਕੋਵਿਡ ਚਲ ਗਏ। COVID-19 ਹਾਲੇ ਤੱਕ ਵੀ ਇੱਥੇ ਹੈਗੀ ਆ। ਇਹ ਆਪਣੇ ਤੁਸੀਂ ਪਰਿਵਾਰ ਦਾ ਜਿੱਥੇ ਵੀ ਰਹਿੰਦੇ ਦੁਨੀਆ ਵਿੱਚ ਖਿਆਲ ਰੱਖੋ, ਕਿਉਂਕਿ ਇਹ ਜਿਹੜੀ ਬਈ ਜਦੋਂ ਵੜ ਜਾਂਦੀ ਹੱਡੀਆਂ 'ਚ ਬਿਮਾਰੀ, ਬਿਲਕੁਲ ਬੰਦੇ ਦੀ ਤਹਿ ਲਾ ਦਿੰਦੀ ਆ। ਸਾਨੂੰ ਪਤਾ ਵੀ 5-6 ਦਿਨ ਬੁਖਾਰ ਚੜ੍ਹਿਆ ਸੀਗਾ ਅਤੇ 1-2 ਹਫ਼ਤਾ ਲੱਗਾ ਉਸ ਉੱਠਣ ਨੂੰ, ਉੱਥੋਂ ਮੰਜੇ ਤੋਂ ਇੰਨਾ ਢਾਹ ਲਿਆ ਉਸ ਵੇਲੇ। ਸੋ ਤੁਸੀਂ ਆਪਣਾ ਜ਼ਰੂਰ ਖਿਆਲ ਰੱਖੋ, ਜਿੱਥੇ ਵੀ ਆ ਕੇ ਇੱਕ ਦੂਜੇ ਦਾ ਖਿਆਲ ਰੱਖੋ, ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ। ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਰਸ਼ੀਆ ਵਿੱਚ ਹੈਗੇ, ਯੂਕਰੇਨ, ਜਿੱਥੇ ਵੀ ਇਹ ਮੈਸੇਜ ਸੁਣ ਰਹੇ ਆ, ਜੇ ਤੁਹਾਡੇ ਕੋਲ ਹੋਰ ਵੀ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ, ਬੰਗਲਾਦੇਸ਼ 'ਚ ਹੋਣ, ਪਾਕਿਸਤਾਨ ਤੋਂ ਹੋਣ, ਅਫਰੀਕਾ ਤੋਂ ਹੋਣ, ਜਿਹੜੇ ਇਸ ਵੇਲੇ ਉਹਨਾਂ ਨੂੰ ਖਾਣ ਪੀਣ ਦੀ ਲੋੜ ਆ, ਉਹਨਾਂ ਨੂੰ ਤੁਸੀਂ ਇੱਕ ਹੀ ਆਪਣਾ ਅਤੇ ਸਾਨੂੰ ਕੰਟੈਕਟ ਕਰੋ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਨੂੰ ਮੋਢਾ ਜੋੜਨ ਦੀ, ਕੋਈ ਭੁੱਖਾ ਨਾ ਰਹਿ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।